ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਅਦਬ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਦੁਖੀ ਮਨ ਦੇ ਨਾਲ ਮੈਂ ਆਪ ਸੰਗਤਾਂ ਦੇ ਨਾਲ ਕੁਝ ਬਚਨ ਸਾਂਝੇ ਕਰਨੇ ਚਾਹੁੰਦਾ। ਜਿਸ ਗੱਲ ਦਾ ਡਰ ਸੀ ਆਖਰ ਉਹੀ ਗੱਲ ਹੋਈ। ਦੁਨੀਆ ਭਰ ਦੇ ਵਿੱਚ ਜਦੋਂ ਇਹ ਮੈਸੇਜ ਗਿਆ, ਸਿੱਖ ਸੰਗਤਾਂ ਦੇ ਹਿਰਦੇ ਬਲੁੰਦਰੇ ਗਏ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਦਾ ਅੱਜ ਵਰਤਾਰਾ ਵਰਤਿਆ, ਬਹੁਤ ਦੁਖਦਾਈ ਗੱਲ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਡੀ ਮਹਾਨ ਸੰਸਥਾ, ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਗੁਰੂ ਘਰਾਂ ਦੇ ਪ੍ਰਬੰਧ ਵਾਸਤੇ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ 100 ਸਾਲ ਪੂਰਾ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਇੱਕ ਪਰਿਵਾਰ ਨੇ ਇਹਦੇ ਤੇ ਸਿਆਸੀ ਗਲਬਾ ਪਾਇਆ ਤੇ ਅੱਜ ਇਸ ਕਮੇਟੀ ਦਾ ਭੋਗ ਪਾ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੋਮਣੀ ਗੁਰਦੁਆਰਾ ਘੁਟਾਲਾ ਕਮੇਟੀ ਬਣਾ ਦਿੱਤੀ। ਘੁਟਾਲੇ ਸਰੋਪਿਆਂ ਦੇ, ਦਾਲਾਂ ਦੇ, ਸਬਜ਼ੀਆਂ ਦੇ, ਤਨਖਾਹਾਂ ਦੇ ਜਾਂ ਕੁਝ ਹੋਰ ਫੰਡਾਂ ਦੇ ਬਰਦਾਸ਼ਤ ਕੀਤੇ ਜਾ ਸਕਦੇ, ਭਾਵੇਂ ਕਿ ਵੀ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਦਾ ਵਪਾਰੀਕਰਨ ਏਡਾ ਵੱਡਾ ਘੁਟਾਲਾ, 328 ਫਿਰ 400 ਗਿਣਤੀ ਸਪਸ਼ਟ ਨਹੀਂ ਹੈ। ਸਾਡੀ ਉਹ ਮਹਾਨ ਸੰਸਥਾ ਦੇ ਮੌਜੂਦਾ ਪ੍ਰਬੰਧਕ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਸੰਭਾਲ ਸਕੇ, ਉਹਨਾਂ ਨੇ ਪੰਥ ਦੀ ਸੇਵਾ ਸੰਭਾਲ ਕੀ ਕਰਨੀ ਹੈ। ਉਹਦਾ ਟਾਰਾਂ ਮਾਰ ਕੇ ਕਹਿਣਗੇ ਕਿ ਅਸੀਂ ਪੂਰੇ ਸੰਸਾਰ ਵਿੱਚ ਵਸਦੇ ਸਿੱਖਾਂ ਨੂੰ ਰੀਪ੍ਰਜੈਂਟ ਕਰਦੇ ਹਾਂ, ਸਾਰਿਆਂ ਦਾ ਖਿਆਲ ਆ। ਪਰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਸਲਾ, ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਨਹੀਂ ਸੰਭਾਲ ਸਕੇ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵਪਾਰ ਕਰਦੇ ਰਹੇ ਗੁਰੂ ਸਾਹਿਬ ਦੇ ਸਰੂਪਾਂ ਦਾ। 450 ਸਰੂਪ ਕੈਨੇਡਾ ਦੀ ਬੰਦਰਗਾਹ ਦੇ ਉੱਤੇ SGPC ਦੇ ਅਹੁਦੇਦਾਰਾਂ ਨੂੰ ਉਡੀਕਦਾ ਰਿਹਾ ਕਿ ਕਦੋਂ ਆਉਣ ਤੇ ਆ ਕੇ ਸੰਗਤਾਂ ਦੇ ਵਿੱਚ ਜਿਹੜਾ ਉਹ ਸਰੂਪ ਦਿੱਤੇ ਜਾਣ। ਪਰ ਜਦੋਂ ਨਾ ਗਏ ਤਾਂ ਫਿਰ ਉੱਥੇ ਉਹ ਸਰੂਪ ਲਗਾਏ ਜਿਹੜੇ ਸਰੂਪ ਸਲਾਬੇ ਗਏ, ਬੇਅਦਬੀ ਹੋਈ। ਜਿਨ੍ਹਾਂ ਨੇ ਮੰਗਾਏ ਉਹ ਵੀ ਜ਼ਿੰਮੇਵਾਰ, ਜਿਨ੍ਹਾਂ ਨੇ ਭੇਜੇ ਉਹ ਵੀ ਜ਼ਿੰਮੇਵਾਰ, ਜਿਹੜੇ ਨਹੀਂ ਗਏ ਉਹ ਵੀ ਜ਼ਿੰਮੇਵਾਰ, ਸਾਰੇ ਦੋਸ਼ੀ ਹੈ। ਸਜ਼ਾਵਾਂ ਮਿਲਣੀਆਂ। ਜਾਂ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹੇ ਸ਼ਰਧਾਲੂ ਸਿੱਖ ਲਈ ਉਜਾੜ ਆ, ਸਿੱਖ ਲਈ ਉਜਾੜ ਆ, ਸਾਡੇ ਲਈ ਉਜਾੜ ਆ। ਤੇ ਜੇ ਮੌਜੂਦਾ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਸੰਭਾਲ ਸਕੇ, ਹੋਰ ਇਹਨਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਫਿਰ ਕਿਸ ਤਰ੍ਹਾਂ ਸਿਆਸੀ ਬਿਆਨਬਾਜ਼ੀਆਂ ਕੀਤੀਆਂ। ਪਹਿਲਾਂ ਕਿਹਾ ਗਿਆ ਕਿ ਸਰੂਪਾਂ ਦੇ ਸਰੂਪ ਸਾਰੇ ਹਾਜ਼ਰ ਆ, ਲਿਖਤ 'ਚ ਫਰਕ ਆ। ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵੀ ਬਿਆਨ ਦਿੱਤਾ, ਲਿਖਤ 'ਚ ਕੁਝ ਫਰਕ ਆ। ਬਾਅਦ ਵਿੱਚ ਜਦੋਂ ਜਾਂਚ ਕਮੇਟੀ ਬਣਾਈ, ਸਾਹਮਣੇ ਆਈ ਗੱਲ, ਪਹਿਲਾਂ SGPC, ਫਿਰ ਅਕਾਲ ਤਖ਼ਤ ਸਾਹਿਬ, ਫਿਰ SGPC, ਤੇ ਜਦੋਂ ਗੱਲ ਸਾਹਮਣੇ ਆਈ ਵੀ ਸਰੂਪ ਤਾਂ ਸੱਚੀ ਮੁੱਚੀ ਗੁੰਮ ਆ, ਹਿਰਦੇ ਬਲੁੰਦਰੇ ਕਿੱਥੇ ਗਏ, ਕਿਉਂ ਦਿੱਤੇ ਗਿਆ। ਅੱਜ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕੀਤੀ, ਫੌਜਦਾਰੀ ਮੁਕੱਦਮੇ ਕਰਾਵਾਂਗੇ। ਬਾਅਦ 'ਚ ਆਪੇ ਹੀ ਫੌਜਦਾਰੀ ਮੁਕੱਦਮਿਆਂ ਦੀ ਲੋੜ ਨਹੀਂ, ਬਾਹਰਲੀ ਏਜੰਸੀ ਨਹੀਂ ਦਖਲ ਦਊ, ਸ਼੍ਰੋਮਣੀ ਕਮੇਟੀ ਸક્ષਮ ਆਪਣੇ ਆਪ ਦੇ ਵਿੱਚ ਤਾਕਤਵਰ ਆ, ਆਪੇ ਸਜ਼ਾ ਦੇ ਦੂਗੀ। ਸਾਰਾ ਕੁਝ ਸੰਗਤਾਂ ਨੇ ਦੇਖਿਆ ਦੁਨੀਆ ਭਰ ਦੇ ਵਿੱਚ। ਦੁੱਖ ਹੋਇਆ, ਅਜੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਉਹ ਸਰੂਪ ਹੈ ਕਿੱਥੇ ਨੇ, ਕਿੱਥੇ ਗਏ ਉਹ ਗੁਰੂ ਸਾਹਿਬ ਦੇ ਸਰੂਪ। ਪੰਥ ਦੇ ਵਿੱਚ ਰੋਸ, ਪੰਥ ਨੇ ਵਿਰੋਧ ਕੀਤਾ, ਇਨਸਾਫ ਮੰਗਿਆ, ਸਜ਼ਾਵਾਂ ਦਿਓ ਦੋਸ਼ੀਆਂ ਨੂੰ ਜੋ ਬਣਦੀਆਂ। ਸਰਕਾਰ ਵੀ ਰਲੀ ਹੋਈ ਹੈ ਪੰਜਾਬ ਦੀ ਨਾਲ, ਕੋਈ ਖਿਆਲ ਨਹੀਂ ਕੀਤਾ। ਕਿਉਂ ਨਹੀਂ ਫੌਜਦਾਰੀ ਮੁਕੱਦਮੇ, ਆਮ ਸ਼ਰਧਾਲੂ ਸਿੱਖ ਤੇ ਉਦੋਂ ਮੁਕੱਦਮਾ ਕਿਉਂ ਨਹੀਂ ਉਹਨਾਂ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਰੂਪਾਂ ਦਾ ਵਪਾਰੀਕਰਨ ਕੀਤਾ। ਕੀ ਵੇਖ ਰਹੀ ਹੈ ਸਰਕਾਰ, ਪੰਜਾਬ ਸਰਕਾਰ, ਕੈਪਟਨ ਸਰਕਾਰ, ਕਿਉਂਕਿ ਸਲਵੱਟੀ ਬੈਠੀ ਹੈ, ਕਿਹਨੂੰ ਉਡੀਕ ਰਹੀ ਹੈ। ਕੀ ਹੁਣ ਬਾਦਲ ਕੈਪਟਨ ਦੋਸਤੀ ਕੰਮ ਕਰ ਰਹੀ ਹੈ? ਕੀ ਉਹ ਗੁਰੂ ਸਾਹਿਬ ਦੇ ਸਰੂਪਾਂ ਵੇਲੇ ਵੀ ਐਂ ਕਰਨਗੇ? ਹਰ ਮਸਲੇ ਤੇ ਰਾਜਨੀਤੀ। ਬਰਗਾੜੀ ਦੇ ਸਤਿਗੁਰ ਦੇ ਬੇਅਦਬੀ ਦੇ ਸਰੂਪਾਂ ਦਾ ਜੇ ਪੂਰਾ ਇਨਸਾਫ ਨਹੀਂ ਹੋਇਆ, ਥੋੜ੍ਹੇ ਚਿਰ ਬਾਅਦ ਥੋੜ੍ਹੇ ਦੋਸ਼ੀ ਫੜ ਲਏ, ਵਾਰੰਟ ਲੈ ਲਏ, ਫਿਰ ਕੰਮ ਉੱਥੇ ਦਾ ਉੱਥੇ। ਅੱਖਾਂ 'ਚ ਘੱਟਾ ਪਾਇਆ, ਵਕਤੀ ਤੌਰ 'ਤੇ ਅਥਰੂ ਪੂੰਝੇ, ਫਿਰ ਮਸਲਾ ਉੱਥੇ ਦਾ ਉੱਥੇ। ਜਦੋਂ ਲੋੜ ਹੋਈ ਰਾਜਨੀਤਿਕ ਤੌਰ 'ਤੇ ਸਰਕਾਰ ਉਭਾਰ ਲੂਗੀ। ਦੋਸ਼ੀਆਂ ਨੂੰ ਬਚਾਇਆ ਜਾ ਰਿਹਾ। ਕਿੱਥੇ ਨੇ ਉਹ ਪੈੜਾਂ ਜਿਹੜੀਆਂ ਕਹਿੰਦੇ ਸੀ ਜਾਂਦੀਆਂ ਨੇ ਦੋਸ਼ੀਆਂ ਦੇ ਘਰਾਂ ਨੂੰ, ਬਾਦਲਾਂ ਦੇ ਘਰਾਂ ਨੂੰ, ਕਿੱਥੇ ਨੇ ਹੁਣ ਉਹ?
ਕੌਣ ਨੇ ਦੋਸ਼ੀ ਹੈ? ਅਸੀਂ ਨਹੀਂ ਕਹਿੰਦੇ ਕਿਸੇ ਬੇਗੁਨਾਹ ਨੂੰ ਸਜ਼ਾ ਮਿਲੇ, ਪਰ ਦੋਸ਼ੀ ਬਖਸ਼ੇ ਜਾਣ, ਇਹ ਨਹੀਂ ਹੋ ਸਕਦਾ। ਦੋਸ਼ੀ ਨਹੀਂ ਬਖਸ਼ੇ ਜਾਣੇ ਚਾਹੀਦੇ, ਬੇਗੁਨਾਹ ਫਸਣਾ ਨਹੀਂ ਚਾਹੀਦਾ। ਜਿੰਨੇ ਵੱਡੇ ਮੁਲਾਜ਼ਮ, ਵੱਡੇ ਅਹੁਦੇਦਾਰ, ਜਿਨ੍ਹਾਂ ਦੇ ਸਾਰੇ ਲਿਫਾਫੇ ਖੁੱਲ੍ਹਦੇ ਸੀ, ਜਿਨ੍ਹਾਂ ਦੇ ਲਿਫਾਫਿਆਂ 'ਚੋਂ ਪ੍ਰਧਾਨ ਨਿਕਲੇ, ਐਗਜ਼ੈਕਟਿਵ ਨਿਕਲੀ, ਅੱਜ ਉਹ ਜ਼ਿੰਮੇਵਾਰ ਨੇ ਇਸ ਚੀਜ਼ ਵਾਸਤੇ, ਜਿਨ੍ਹਾਂ ਨੇ ਸਿਆਸੀ ਗਲਬਾ ਸਾਡੇ ਪਾਵਨ ਤਖਤਾਂ ਤੇ ਸਾਡੀ ਮਹਾਨ ਸੰਸਥਾ ਤੇ ਪਾਇਆ। ਜੇ ਆਜ਼ਾਦੀ ਨਾਲ ਕੰਮ ਕਰਦੀ, ਮੈਂਬਰ ਸੰਗਤਾਂ ਨੇ ਚੁਣੇ, ਮੈਂਬਰ ਜਾ ਕੇ ਆਜ਼ਾਦੀ ਨਾਲ ਪ੍ਰਧਾਨ ਚੁਣਦੇ, ਐਗਜ਼ੈਕਟਿਵ ਚੁਣਦੇ, ਆਜ਼ਾਦੀ ਨਾਲ ਫੈਸਲੇ ਹੁੰਦੇ, ਸਿਆਸੀ ਗਲਬਾ ਨਾ ਹੁੰਦਾ, ਸਿਆਸੀ ਲੋਕ ਆਪਣੀ ਸਿਆਸਤ ਕਰਨ, ਮੁਬਾਰਕ ਆ, ਸਾਨੂੰ ਕੋਈ ਰੋਸ ਨਹੀਂ। ਧਰਮ 'ਚ ਦਖਲ ਦੇ ਕੇ ਸਾਡੇ ਧਰਮ ਦਾ ਸਤਿਆਨਾਸ਼ ਕੀਤਾ, ਸਾਡੀਆਂ ਸ਼੍ਰੋਮਣੀ ਸੰਸਥਾਵਾਂ ਦਾ, ਸਾਡੇ ਪਾਵਨ ਤਖਤਾਂ ਦੀ ਮਰਿਆਦਾ ਦਾ ਸਤਿਆਨਾਸ਼ ਕਰ ਦਿੱਤਾ। ਪਰ ਮੈਂ ਬੇਨਤੀ ਕੀਤੀ, ਅਪੀਲ ਕੀਤੀ ਪੰਥ ਨੂੰ, ਕੌਮ ਨੂੰ, ਹਰੇਕ ਨੂੰ ਹੱਕ ਆ ਗੁਰੂ ਸਾਹਿਬ ਦਾ, ਕੋਈ ਜਥੇਬੰਦੀ, ਕੋਈ ਧੜਾ, ਪਰ ਇੱਥੇ ਸਮੁੱਚੇ ਪੰਥ ਦੀ ਗੱਲ ਆ। ਵਾਸਤਾ ਰੱਬ ਦਾ, ਕੋਈ ਕਸਰ ਨਹੀਂ ਛੱਡੀ ਮੌਜੂਦਾ ਪ੍ਰਬੰਧਕਾਂ ਨੇ ਬੇਅਦਬੀ ਦੀ ਹਰ ਪੱਖੋਂ। ਅੱਜ ਪੰਥ ਤੇ ਡਾਂਗਾਂ ਲੈ ਕੇ ਵੀ ਆ ਗਏ, ਨਰੈਣੂ ਮਹੰਤ ਵਾਂਗੂ, ਜਿੱਦਾਂ ਉਹਨੇ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਉਹਨਾਂ ਦੇ ਸਾਥੀਆਂ ਤੇ ਹਮਲਾ ਕੀਤਾ ਸੀ। ਅੱਜ ਵੀ ਉਸੇ ਤਰ੍ਹਾਂ ਜਿੱਦਾਂ ਹਮਲਾ ਕੀਤਾ, ਸਖਤ ਸ਼ਬਦਾਂ 'ਚ ਮੈਂ ਨਿੰਦਿਆ ਕਰਦਾ। ਬਹੁਤ ਮਾੜਾ ਕੀਤਾ, ਪਿਆਰ ਨਾਲ ਸਮਝਾਇਆ ਜਾ ਸਕਦਾ। ਜਵਾਬ ਦਿਓ, ਪੰਥ ਤੋਂ ਮੁਆਫੀ ਮੰਗੋ, ਕੌਮ ਤੋਂ ਮੁਆਫੀ ਮੰਗੋ, ਦੋਸ਼ੀ ਕਟਹਿਰੇ 'ਚ ਹੋਣ, ਸਾਰੇ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੇ ਦਿਓ। ਕੇਂਦਰ ਸਰਕਾਰ ਨੂੰ ਵੀ ਚਾਹੀਦਾ ਤੁਰੰਤ ਇਹਨੂੰ ਭੰਗ ਕਰਕੇ, ਜਿਹੜੇ ਗੁਰੂ ਸਾਹਿਬ ਦੇ ਸਰੂਪ ਨਹੀਂ ਸੰਭਾਲ ਸਕੇ, SGPC ਦੀ ਚੋਣ ਕਰਾਉਣ, ਚੰਗੇ ਮੈਂਬਰ ਸੰਗਤਾਂ ਚੁਣਨ, ਉਹ ਆਉਣ। ਜਿਹੜੇ ਚੰਗੇ ਮੈਂਬਰ ਹੁਣ ਵੀ ਸੁਣਵਾਈ ਨਹੀਂ, ਚੰਗੇ ਮੁਲਾਜ਼ਮ, ਸੁਣਵਾਈ ਕੋਈ ਨਹੀਂ ਆ। ਨੌਕਰੀਆਂ ਦੇ ਡਾਂਗਾਂ ਫੜਾ ਦਿੰਦੇ, ਹੱਥ ਵਿੱਚ ਕੁੱਟੋ ਭਰਾਵਾਂ ਨੂੰ, ਬੱਚੇ ਪਾਲਣੇ ਆ, ਡਿਊਟੀਆਂ ਕਰਦੇ, ਪਰ ਇਹੋ ਜਿਹੀਆਂ ਡਿਊਟੀਆਂ ਕਾਹਦੇ ਵਾਸਤੇ? ਬਹੁਤ ਚੰਗੇ ਗੁਰਮੁਖ ਬੈਠੇ ਆ, ਸ਼ਹੀਦ ਪਰਿਵਾਰਾਂ ਦੇ ਵੀ ਵਿੱਚ ਨੌਜਵਾਨ ਨੇ, ਬੱਚੇ ਬੱਚੀਆਂ ਡਿਊਟੀ ਕਰਦੇ SGPC, ਮਜਬੂਰੀ ਆ, ਦੁੱਖ ਝੱਲੇ ਆ, ਚੁੱਲ੍ਹਿਆਂ 'ਚ ਘਾਹ ਹੋ ਗਿਆ ਹਾਲਾਤਾਂ ਅਨੁਸਾਰ, ਅੱਜ ਰੋਜੀ ਰੋਟੀ ਦੇ ਲੱਗੇ ਆ, ਡਿਊਟੀ ਕਰਨੀ ਪੈਂਦੀ, ਹੁਕਮ ਚਾੜ ਦਿੰਦੇ ਉਤਲੇ, ਕੁੱਟੋ ਭਰਾਵਾਂ ਨੂੰ, ਡਾਂਗਾਂ ਚੱਕ ਲੈਂਦੇ। ਪਰ ਨਹੀਂ, ਭਰਾਵਾਂ ਦੇ ਡਾਂਗਾਂ ਇਸ ਤਰ੍ਹਾਂ ਨਹੀਂ ਚਾਹੀਦੀਆਂ। ਮੈਂ ਬੇਨਤੀ ਕਰਾਂ, ਦਰਬਾਰ ਸਾਹਿਬ ਦੇ ਵਿੱਚ ਰੂਹਾਨੀਅਤ, ਗੁਰਮਰਿਆਦਾ ਕਾਇਮ ਰਹਿਣੀ ਚਾਹੀਦੀ ਆ। ਸਾਡੇ ਮਸਲੇ ਸਿੱਖਾਂ ਦੇ ਕੀ ਆ? ਗੈਰ ਸਿੱਖਾਂ ਨੂੰ ਕੁਝ ਨਹੀਂ ਲੈਣਾ। ਦੁਨੀਆ ਦੇ ਸ਼ਰਧਾਲੂ ਆਉਂਦੇ ਆ, ਸਾਊਥ 'ਚੋਂ ਆਉਂਦੇ ਆ, ਦੱਖਣ 'ਚੋਂ ਆਉਂਦੇ ਆ, ਉੱਤਰ ਪੂਰਬ ਪੱਛਮ 'ਚੋਂ ਆਉਂਦੇ, ਦੁਨੀਆ 'ਚੋਂ ਆਉਂਦੇ ਆ, ਜਿਨ੍ਹਾਂ ਨੂੰ ਸਾਡੇ ਆ ਕੇ ਰੂਹਾਨੀਅਤ ਦਾ ਕੇਂਦਰ ਦਰਬਾਰ ਸਾਹਿਬ ਦਰਸ਼ਨ ਕਰਨ। ਕੀ ਮੈਸੇਜ ਲੈ ਕੇ ਜਾਣਗੇ ਕਿ ਉੱਥੇ ਆਹ ਕੁਛ ਹੋ ਰਿਹਾ? ਕਿਉਂ ਚਲਾਈਆਂ ਡਾਂਗਾਂ ਸ਼੍ਰੋਮਣੀ ਕਮੇਟੀ ਨੇ? ਪਰ ਉਹਨਾਂ ਵੀਰਾਂ ਨੂੰ ਵੀ ਬੇਨਤੀ, ਸੰਘਰਸ਼ ਕਰ ਰਹੇ ਵੀ ਇਹਨਾਂ ਨੇ ਤਾਂ ਸਤਿਆਨਾਸ਼ ਕਰਤਾ, ਤੁਸੀਂ ਕੁਛ ਜਾਬਤਾ ਰੱਖੋ। ਗੁਰਮਰਿਆਦਾ, ਰੂਹਾਨੀਅਤ ਨੂੰ ਕਾਇਮ ਰੱਖਣ ਲਈ ਥੋੜ੍ਹੀ ਦੂਰੀ ਬਣਾ ਲਓ ਉਹਨਾਂ ਸਥਾਨਾਂ। ਜੇ ਦੀਵਾਨ ਸਾਹਿਬ ਹਾਲ, ਮੰਜੀ ਸਾਹਿਬ ਦੇ ਵਿੱਚ ਇਹ ਕੁਛ ਹੋਊਗਾ, ਲੰਗਰ ਹਾਲ 'ਚ ਹੋਊਗਾ, ਜਾਂ ਗਲਿਆਰੇ 'ਚ ਇਹ ਕੁਛ ਹੋਊਗਾ, ਕੀ ਮੈਸੇਜ ਆਊਗਾ? ਅਸੀਂ ਪ੍ਰੋਟੈਸਟ ਕਰਨਾ, ਰੋਸ ਕਰਨਾ, ਇਨਸਾਫ ਦੀ ਮੰਗ ਕਰਨੀ ਹੈ, ਲੈਣਾ, ਇਹਨਾਂ ਨੂੰ ਪਾਸੇ ਕਰਨਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲ ਨਹੀਂ ਕੀਤੀ, ਪਰ ਕੁਝ ਜਾਬਤੇ 'ਚ ਰਹਿ ਕੇ। ਮੈਂ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਚਾਹੁੰਦਾ, ਮੌਜੂਦਾ ਪ੍ਰਬੰਧਕਾਂ ਨੂੰ, ਸਾਡੀ ਮਹਾਨ ਸੰਸਥਾ ਦਾ ਤੁਸੀਂ ਭੋਗ ਪਾ ਦਿੱਤਾ। ਮੌਜੂਦਾ ਪ੍ਰਬੰਧਕਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੇ ਦਿਓ। ਸਰਕਾਰ ਕਾਰਵਾਈ ਕਰੇ, ਜਿਨ੍ਹਾਂ ਦੀ ਜਗ੍ਹਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ, ਗੁਰੂ ਸਾਹਿਬ ਦੇ ਸਰੂਪ ਲੱਭਣ। ਸਰੂਪ ਕਿੱਥੇ ਨੇ ਮਹਾਰਾਜ ਦੇ? ਔਰ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਰੂਹਾਨੀਅਤ, ਗੁਰਮਰਿਆਦਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸਾਰਿਆਂ ਨੂੰ ਬੇਨਤੀ, ਜਾਬਤੇ 'ਚ ਰਹਿ ਕੇ, ਮਰਿਆਦਾ 'ਚ ਰਹਿ ਕੇ ਆਪਾਂ ਦਰਬਾਰ ਸਾਹਿਬ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਗੁਰਮਰਿਆਦਾ, ਰੂਹਾਨੀਅਤ ਨੂੰ ਕਾਇਮ ਰੱਖੀਏ। ਹਰ ਸਿੱਖ ਦਾ ਫਰਜ਼ ਆ, ਹਰੇਕ ਨੂੰ ਅੱਜ ਮੌਕਾ ਵਾ ਕਹਿਣ ਦਾ, ਬੋਲਣ ਦਾ, ਪ੍ਰੋਟੈਸਟ ਕਰਨ ਦਾ, ਪਰ ਜਾਬਤਾ ਹੈ। ਮੌਜੂਦਾ ਪ੍ਰਬੰਧਕਾਂ ਨੂੰ ਮੈਂ ਕਹਿਣਾ ਚਾਹੁੰਦਾ, ਥੋੜ੍ਹੇ ਸਿੱਖ ਦੇਖ ਕੇ ਤੁਸੀਂ ਡਾਂਗਾਂ ਮਾਰੀਆਂ, ਸਾਰਾ ਪੰਥ ਆ ਰਿਹਾ, ਕਿਹਨੂੰ ਡਾਂਗਾਂ ਮਾਰ? ਅਸੀਂ ਆਵਾਂਗੇ, ਭਾਈ ਲਛਮਣ ਸਿੰਘ ਧਾਰੋਵਾਲੀ ਦੇ ਵਾਰਸ ਬਣ ਕੇ, ਮਾਰ ਲਿਓ ਜਿੰਨੀਆਂ ਡਾਂਗਾਂ ਸਾਡੇ ਮਾਰਨੀਆਂ, ਸ਼ਾਂਤਮਈ, ਅਸੀਂ ਕਿਸੇ ਨੇ ਹੱਥ ਨਹੀਂ ਚੱਕਣਾ। ਮੈਂ ਬੇਨਤੀ ਕਰੂੰਗਾ, ਚਲਾ ਲੈਣ ਦਿਓ ਇਹਨਾਂ ਨੂੰ ਡਾਂਗਾਂ, ਜਿੰਨੀਆਂ ਡਾਂਗਾਂ ਚਲਾਉਂਦੇ ਆ, ਜੋ ਕਰਦੇ ਆ। ਅਸੀਂ ਸਾਰਿਆਂ ਨੇ ਇਸ ਗੱਲ ਦਾ ਖਿਆਲ ਰੱਖਣਾ, ਮਰਿਆਦਾ ਦਾ, ਗੁਰੂ ਘਰ ਦੀ ਮਰਿਆਦਾ, ਕਿਸੇ ਵੀ ਗੁਰਸਥਾਨ ਦੀ ਗੱਲ ਹੋਵੇ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਆ। ਰੂਹਾਨੀਅਤ ਦਾ ਕੇਂਦਰ ਆ ਦਰਬਾਰ ਸਾਹਿਬ, ਇਹ ਉੱਥੇ ਦੀ ਗੱਲ ਆ। ਦੁਨੀਆ 'ਚ ਮੈਸੇਜ ਜਾਣਾ ਦਰਬਾਰ ਸਾਹਿਬ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਪਰੇ ਸਾਨੂੰ ਉਜਾੜ ਆ। ਇਸ ਕਰਕੇ ਬੇਨਤੀ ਆ ਸਾਰੀਆਂ ਜਥੇਬੰਦੀਆਂ, ਸਾਰੇ ਪੰਥ ਨੂੰ ਕਿ ਕਿਰਪਾ ਕਰਕੇ ਰੂਹਾਨੀਅਤ, ਗੁਰਮਰਿਆਦਾ ਦਾ ਖਿਆਲ ਰੱਖਿਆ ਜਾਵੇ। ਪ੍ਰੋਟੈਸਟ ਕਰਨਾ, ਰੋਸ ਕਰਨਾ ਸਾਡਾ ਹੱਕ ਆ, ਪਰ ਅਸੀਂ ਪੂਰਾ ਖਿਆਲ ਰੱਖਣਾ। ਇਹਨਾਂ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਆਪਾਂ ਇਸ ਚੀਜ਼ ਦਾ ਜਿਹੜਾ ਹੈਗਾ ਪੂਰਾ ਖਿਆਲ ਰੱਖਣਾ, ਹਰ ਗੱਲ ਤੋਂ ਗੁਰਮਰਿਆਦਾ ਦਾ,
परंपरा का रूहानीयत का ਅਸੀਂ ਜਿਹੜਾ ਇਹ ਖਿਆਲ ਰੱਖ ਕੇ ਤੇ ਇਸ ਪ੍ਰੋਟੈਸਟ ਨੂੰ ਕਰਨਾ ਹੈ, ਜੋ ਵੀ ਕਰਨਾ ਹੈ। ਤੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ, ਸਾਰੇ ਸਿਆਣੇ ਹੋ, ਸਤਿਕਾਰਯੋਗ ਹੋ, ਮੇਰੇ ਨਾਲੋਂ ਸਭ ਦੀ ਵੱਧ ਸੇਵਾ ਵਾ, ਪਰ ਮੇਰੀ ਬੇਨਤੀ ਅਪੀਲ ਨੂੰ ਪ੍ਰਵਾਨ ਕਰਿਓ ਕਿ ਦਰਬਾਰ ਸਾਹਿਬ ਦੀ ਰੂਹਾਨੀਅਤ ਮਰਿਆਦਾ ਗੁਰ ਮਰਿਆਦਾ ਦਾ ਅਸੀਂ ਪੂਰਨ ਖਿਆਲ ਰੱਖਣਾ। ਭਾਵੇਂ ਉਹ ਧੱਕਾ ਕਰ ਰਹੇ ਆ, ਪਰ ਇਹਨਾਂ ਨੂੰ ਇਸ ਗੱਲ ਦਾ ਜਵਾਬਦੇਹ ਹੋਣਾ ਪਊਗਾ। ਨਰੈਣੂ ਮਹੰਤ ਮੱਸੇ ਰੰਗੜ ਤੇ ਮਲਕ ਭਾਗੋ ਦੇ ਵਾਰਸਾਂ ਨੂੰ ਕੋਈ ਕਮੀ ਨਹੀਂ ਛੱਡੀ ਇਹਨਾਂ ਨੇ, ਮੌਜੂਦਾ ਪ੍ਰਬੰਧਕਾਂ ਨੇ। ਪਰ ਜਿਹੜੇ ਜ਼ਿੰਮੇਵਾਰ ਆ ਸਾਰੇ, ਉਹਨਾਂ ਸਾਰੇ ਛੋਟੇ ਮੁਲਾਜ਼ਮ ਹੀ ਨਹੀਂ, ਵੱਡੇ ਜ਼ਿੰਮੇਵਾਰ ਜਿਹੜੇ ਉਹ ਵੀ ਕਟਹਿਰੇ 'ਚ ਹੋਣੇ ਚਾਹੀਦੇ ਆ। ਸਿਆਣਿਆਂ ਦੀ ਕਹਾਵਤ ਆ, ਕਹਿੰਦੇ ਮੱਝ ਮਰ ਜੇ ਚਮਜੂਆਂ ਮਰ ਜਾਂਦੀਆਂ ਨੇ, ਚਮਜੂਆਂ ਮਾਰੇ ਤੇ ਮੱਝ ਫਿਰ ਚਮਜੂਆਂ ਪੈਦਾ ਕਰ ਦਿੰਦੀ ਆ। ਅੱਜ ਲੋੜ ਆ ਕਿ ਜਿਨ੍ਹਾਂ ਲੋਕਾਂ ਨੇ ਸਾਰਾ ਕੁਝ ਕਰਪਟ ਕੀਤਾ, ਜਿਨ੍ਹਾਂ ਨੇ ਸਿਆਸੀ ਗਲਬਾ ਪਾਇਆ, ਉਹਨਾਂ ਨੂੰ ਪੰਥ ਦੀ ਸਫਾ ਤੋਂ ਪਾਸੇ ਕਰਨ ਦਾ ਸਮਾਂ ਵਾ। ਇਹ ਬੇਨਤੀ ਮੇਰੀ ਪ੍ਰਵਾਨ ਕਰਿਓ। ਸਾਰਿਆਂ ਨੂੰ ਭੁੱਲਾਂ ਚੁੱਕਾਂ ਦੀ ਮੈਂ ਖਿਮਾ ਮੰਗਦਾ ਸਾਰਿਆਂ ਤੋਂ। ਗੁਰੂ ਸਾਹਿਬ ਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਾਰਾ ਹੁਕਮ ਸਾਹਮਣੇ ਰੱਖ ਕੇ, ਮਾਨ ਸਨਮਾਨ ਸਾਹਮਣੇ ਰੱਖ ਕੇ ਫਿਰ ਆਪਾਂ ਨੇ ਕੋਈ ਸੰਘਰਸ਼ ਦੀ ਗੱਲ ਜਿਹੜੀ ਆ, ਹੋਰ ਜਿੰਨਾ ਵੀ ਰੋਸ ਪ੍ਰੋਟੈਸਟ ਦੀ ਗੱਲ ਆ, ਉਹ ਸਾਰੀ ਕਰਨੀ ਆ। ਔਰ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ, ਆਉਣ ਵਾਲੇ ਦਿਨਾਂ ਦੇ ਅੰਦਰ ਇਹਨਾਂ ਚੀਜ਼ਾਂ ਦਾ ਪੂਰਨ ਤੌਰ ਤੇ ਆਪਾਂ ਨੇ ਖਿਆਲ ਰੱਖਣਾ, ਤਾਂ ਕਿ ਜਿਹੜੇ ਦੁਨੀਆ ਤੋਂ ਸ਼ਰਧਾਲੂ ਆਉਂਦੇ ਆ ਜਾਂ ਦੁਨੀਆ ਜਿਹੜੀ ਗੱਲ ਜਾ ਰਹੀ ਦਰਬਾਰ ਸਾਹਿਬ ਤੋਂ ਐਸੀ ਗੱਲ ਨਾ ਜਾਵੇ। ਪਹਿਲਾਂ ਹੀ 1984 ਵੇਲੇ ਜੋ ਅਟੈਕ ਕਾਂਗਰਸ ਸਰਕਾਰ ਨੇ ਕੀਤਾ, ਅਕਾਲ ਤਖਤ ਸਾਹਿਬ ਢਾਇਆ ਜਾਂ ਜੋ ਸ਼ਹਾਦਤਾਂ ਉੱਥੇ ਕੀਤੀਆਂ, ਉਹਦੇ ਕਰ ਜਿੱਦਾਂ ਦਾ ਮਾਹੌਲ ਸੀ, ਗੈਰ ਸਿੱਖ ਹੁਣ ਆ ਕੇ ਦਰਸ਼ਨ ਕਰਨ ਲੱਗੇ, ਰੂਹਾਨੀਅਤ ਲੈਣ ਲੱਗੇ, ਉੱਥੋਂ ਸਾਡੇ ਫਲਸਫੇ, ਸਾਡੇ ਇਤਿਹਾਸ, ਸਾਡੇ ਗੁਰੂਆਂ ਬਾਰੇ ਜਾਣਨ ਲੱਗੇ ਆ। ਮੁੜ ਇੱਦਾਂ ਦਾ ਮਾਹੌਲ ਅਸੀਂ ਆਪ ਪੈਦਾ ਨਾ ਕਰੀਏ ਕਿ ਜਿਹੜਾ ਹੈਗਾ ਇਸ ਤਰ੍ਹਾਂ ਡਾਂਗੋ ਸੋਟੀ ਹੋ ਕੇ, ਪੱਗੋ ਪੱਗੀ, ਕਿਰਪਾਨੋ ਕਿਰਪਾਨੀ ਹੋ ਕੇ ਅਸੀਂ ਆਪਣਾ ਜਲੂਸ ਨਾ ਕੱਢੀਏ। ਸੰਗਤਾਂ ਜਿਹੜੀਆਂ ਆ ਰਹੀਆਂ ਨੇ ਦਰਸ਼ਨ ਕਰਨ ਵਾਸਤੇ, ਉਹਨਾਂ 'ਤੇ ਮਾੜਾ ਪ੍ਰਭਾਵ ਨਾ ਪਵੇ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਬੇਨਤੀ ਪ੍ਰਵਾਨ ਕਰਿਓ। ਸਭ ਜਥੇਬੰਦੀਆਂ, ਸਭ ਆਗੂ, ਸਭ ਜਥੇਬੰਦੀਆਂ, ਸਭ ਸਿੱਖ ਮਾਈ ਭਾਈ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।